ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲਖੀਮਪੁਰ ਖੀਰੀ ਦੀ ਘਟਨਾ ਅਤੇ ਖੱਟਰ ਦੇ ਬਿਆਨ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਦੇਸ਼ ਭਰ ਦੇ ਵਿੱਚ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ। ਉਸੇ ਸੱਦੇ ਤੇ ਜਿਹੜਾ ਹੈਗਾ ਲਖੀਮਪੁਰ ਖੀਰੀ ਦੇ ਵਿੱਚ ਵੀ ਭਾਜਪਾ ਆਗੂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਉੱਥੇ ਆਪਣਾ ਵਿਰੋਧ ਦਰਜ ਕਰਵਾ ਰਹੀਆਂ ਸੀ। ਉਸੇ ਦੌਰਾਨ ਇੱਕ ਅਜਿਹੀ ਦਰਦਨਾਕ ਘਟਨਾ ਵਾਪਰਦੀ ਹੈ ਵੀ ਕਈ ਕਿਸਾਨਾਂ ਦੀ ਜਿਹੜੀ ਆ ਉਸ 'ਚ ਮੌਤ ਹੋ ਜਾਂਦੀ ਹੈ ਤੇ ਹੋਰ ਜਿਹੜਾ ਦੇਸ਼ ਦੇ ਵਿੱਚ ਕਾਫੀ ਹਿੰਸਕ ਮਾਹੌਲ ਜਿਹੜਾ ਹੈਗਾ ਇੱਕ ਤਿਆਰ ਕਰਨ ਦੀ ਜਿਵੇਂ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਜਾਣਨਾ ਚਾਹਾਂਗੇ ਕਿ ਲਖੀਮਪੁਰ ਖੀਰੀ ਦੀ ਇਹ ਪੂਰੀ ਘਟਨਾ ਕੀ ਹੈ ਤੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਇਸ 'ਤੇ ਕੀ ਰਿਐਕਸ਼ਨ ਰਿਹਾ। ਲਖੀਮਪੁਰ ਖੇਰੀ ਦੇ ਨਾਲ ਜਿਹੜਾ ਇੱਕ ਹਲਕਾ ਹੈ ਅਸਲ 'ਚ, ਜਿੱਥੇ ਥਾਣਾ, ਜਿੱਥੇ ਅੱਜ ਕੱਲ੍ਹ ਕਹਿੰਦੇ ਨੇ FIR ਦਰਜ ਕਰਾਈ ਹੈ, ਟਿਕੋਨੀ ਦੀ ਜਗ੍ਹਾ 'ਤੇ ਇੱਕ ਕੋਈ ਸਮਾਗਮ ਹੋ ਰਿਹਾ ਸੀ। ਸਮਾਗਮ ਹੋਣਾ ਸੀ ਜਿਹੜਾ ਗ੍ਰਹਿ ਰਾਜ ਮੰਤਰੀ ਦਾ ਹਲਕਾ ਹੈ ਅਸਲ ਦੇ ਵਿੱਚ। ਉੱਥੇ ਇਹ ਕਹਿੰਦੇ ਨੇ ਕਿ ਅਸੀਂ ਹਰ ਸਾਲ ਕਰਾਉਂਦੇ ਹਾਂ, ਹਲਕੇ ਦਾ ਇੱਕ ਪ੍ਰੋਗਰਾਮ ਹੁੰਦਾ ਅਤੇ ਉਹ ਹਜ਼ਾਰਾਂ ਬੰਦਾ ਉਹਦੇ 'ਚ ਸ਼ਾਮਿਲ ਹੁੰਦਾ। ਉਦੋਂ ਪਹਿਲਾਂ ਹੀ ਕਿਸਾਨਾਂ ਨੇ ਆਲਰੇਡੀ ਕਿਹਾ ਹੋਇਆ ਸਾਰੇ BJP ਵਾਲਿਆਂ ਨੂੰ ਵੀ ਜਿੱਥੇ ਵੀ ਆਉਣਗੇ ਅਸੀਂ ਕਾਲੇ ਝੰਡੇ ਦਿਖਾਵਾਂਗੇ। ਇੱਕ ਦੇਸ਼ ਭਰ 'ਚ ਪੂਰਾ ਪ੍ਰੋਗਰਾਮ ਚੱਲ ਰਿਹਾ। ਪਰ ਇਸੇ ਗ੍ਰਹਿ ਜਿਹੜਾ ਅਜੇ ਮਿਸ਼ਰ ਹੈ, ਗ੍ਰਹਿ ਰਾਜ ਮੰਤਰੀ, ਇਹਨੇ 25 ਸਤੰਬਰ ਨੂੰ ਹੀ ਇੱਕ ਉੱਥੇ ਉਸੇ ਜ਼ਿਲ੍ਹੇ ਦੇ ਵਿੱਚ ਗੱਲ ਕਰਦੇ ਦੌਰਾਨ ਇਹ ਕਿਹਾ ਕਿ ਕੌਣ ਨੇ 10 ਕੁ ਬੰਦੇ ਕਿੱਥੋਂ ਆਉਂਦੇ ਨੇ, ਜਦੋਂ ਸਾਹਮਣਾ ਹੋ ਗਿਆ ਤਾਂ ਇਹਨਾਂ ਨੂੰ ਸਿੱਧੇ ਕਰ ਦਾਂਗੇ, ਇੱਥੇ ਆਉਣੇ ਨਹੀਂ, ਫਲਾਨਾ ਨਹੀਂ, ਹੋਰ ਵੀ ਕਈ ਗੱਲਾਂ। ਔਰ ਇੱਕ ਹੋਰ ਵੀਡੀਓ ਚੱਲ ਰਹੀ ਹੈ, ਉਹਦੇ 'ਚ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਦੇ ਨਾਂ ਵੀ ਲਏ ਨੇ ਅਤੇ ਉਹ ਸਾਰਾ ਕੁਝ ਹੈ। ਫਿਰ ਇੱਕ ਵੀਡੀਓ ਦੇ ਵਿੱਚ ਚੱਲ ਰਿਹਾ ਜਿੱਥੇ ਉਹ ਕਹਿ ਰਿਹਾ ਕਿ ਲੋਕਾਂ ਨੂੰ, ਇਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਇਕੱਲਾ MP ਨਹੀਂ ਹਾਂ, ਮੰਤਰੀ ਨਹੀਂ ਹਾਂ, MLA ਨਹੀਂ ਹਾਂ, ਮੇਰਾ ਪਿਛੋਕੜ ਜਿਹੜੇ ਜਾਣਦੇ ਨੇ, ਮੈਂ ਜਦੋਂ ਉੱਥੇ ਆ ਗਿਆ ਫਿਰ ਇਹ ਹੋ ਜੂ। ਇਹਦਾ ਮਤਲਬ ਉਹ ਮੈਸੇਜ ਕੀ ਹੈ? ਜਦੋਂ ਕੋਈ ਮੇਨ ਲੀਡਰ ਇਹ ਗੱਲਾਂ ਕਹਿੰਦਾ ਤਾਂ ਉਹ ਆਪਣੇ ਬੰਦਿਆਂ ਨੂੰ, ਆਪਣੇ ਨਾਲ ਲੱਗੇ ਜਿਹੜੇ ਪਾਰਟੀ ਵਾਲੇ ਹੋਣ ਜਾਂ ਕਾਰਕੁਨ ਹੋਣ ਜਾਂ ਜਿਹੋ ਜਿਹੇ ਵੀ ਬੰਦੇ ਹੋਣ, ਉਹਨਾਂ ਨੂੰ ਇੱਕ ਮੈਸੇਜ ਦੇ ਰਿਹਾ, ਇੱਕ ਪੈਗਾ ਸੁਨੇਹਾ ਦੇ ਰਿਹਾ ਕਿ ਇਸ ਤਰੀਕੇ ਨਾਲ ਆਪਾਂ ਕੁਛ ਕਰਨਾ। ਤਾਂ ਕੀ ਹੋਇਆ, ਜਿਹੜੇ ਦਿਨ ਇਹਨਾਂ ਦਾ ਫੰਕਸ਼ਨ ਸੀ, UP ਦੇ ਜਿਹੜਾ ਉਪ ਮੁੱਖ ਮੰਤਰੀ ਨੇ ਉੱਥੇ ਆਉਣਾ ਸੀਗਾ ਚੀਫ ਗੈਸਟ ਦੇ ਤੌਰ ਦੇ ਉੱਤੇ, ਕਿਸਾਨਾਂ ਨੇ ਉਹਦੀ ਹੈਲੀਪੈਡ 'ਤੇ, ਜਿੱਥੇ ਉਹਦਾ ਹੈਲੀਪੈਡ ਉਤਰਨਾ ਸੀ, ਕਬਜ਼ਾ ਕੀਤਾ, ਆਲੇ ਦੁਆਲੇ ਘੇਰ ਲਿਆ ਅਤੇ ਉਹ ਹੈਲੀਪੈਡ ਘੇਰਿਆ ਹੋਇਆ। ਚਲੋ ਹੈਲੀਕਾਪਟਰ ਤਾਂ ਉੱਥੇ ਉਤਰਿਆ ਨਹੀਂ, ਇਹਨਾਂ ਨੇ ਆਪਣਾ ਸਿਸਟਮ ਬਦਲ ਲਿਆ ਕੋਈ ਜਿਹੜੀਆਂ ਵੀ ਚੀਜ਼ਾਂ ਨੇ। ਔਰ ਕਿਸਾਨ ਉਹਦੇ ਤੋਂ ਬਾਅਦ ਵਾਪਸ ਆਉਣਾ ਸ਼ੁਰੂ ਹੋ ਗਏ ਸੀ, ਕੁਛ ਆ ਰਹੇ ਸੀ, ਕੁਛ ਹੋ ਰਿਹਾ ਕਿ ਜਿੰਦਾ। ਫਿਰ ਜਿਹੜਾ ਇਹਦਾ ਬੇਟਾ ਹੈ ਆਸ਼ੀਸ਼ ਮਿਸ਼ਰਾ, ਉਹ ਅਤੇ ਕੁਝ ਹੋਰ ਬੰਦੇ 3-4 ਗੱਡੀਆਂ ਦੇ ਵਿੱਚ, SUV ਗੱਡੀਆਂ ਦੇ ਵਿੱਚ ਸੀਗੀਆਂ, ਆ ਰਹੀਆਂ ਸੀ ਅਤੇ ਉਹਨਾਂ ਨੇ ਫਟਾਫਟ ਉਹਦੇ ਵਿੱਚ ਦੀ ਲੰਘੀਆਂ ਤਾਂ ਜਿਹਦੇ ਵਿੱਚੋਂ 4 ਕਿਸਾਨ ਮੌਕੇ 'ਤੇ ਸ਼ਹੀਦ ਹੋ ਗਏ, 8-10 ਫੱਟੜ ਵੀ ਹੋਏ ਨੇ। ਅਤੇ ਇਮੀਡੀਏਟ ਜਦੋਂ ਕਿਸਾਨਾਂ 'ਤੇ ਦੀ ਗੱਡੀ, ਤਾਂ ਗੱਡੀ ਪਲਟ ਵੀ ਗਈ ਇੱਕ ਗੱਡੀ, ਅਤੇ ਇਹ ਕਿਹਾ ਗਿਆ ਕਿ ਉਹ ਗੱਡੀ ਦੇ ਵਿੱਚੋਂ ਵੀ ਇੱਕ ਬੰਦੇ ਨੂੰ ਜਿਹੜਾ ਉਹਨਾਂ ਨੇ ਜੱਫੀ ਮਾਰ ਲਈ, ਜਿਹੜੇ ਮੁੰਡੇ ਨੇ, ਜਿਹੜਾ 20 ਸਾਲ ਦਾ ਮੁੰਡਾ ਸੀ, ਤਾਂ ਰਿਵਾਲਵਰ ਨਾਲ ਉਹਦੇ ਗੋਲੀ ਮਾਰੀ ਗਈ ਹੈ ਜਿਹੜੀ। ਔਰ ਉਹ ਦੋਸ਼ ਉਹਦੇ 'ਤੇ ਲਾ ਰਹੇ ਨੇ ਕਿ ਇਹ ਉਹੀ ਮੁੰਡਾ ਆਸ਼ੀਸ਼ ਮਿਸ਼ਰਾ ਸੀ ਜੀ। ਅਤੇ ਉਸ ਤੋਂ ਬਾਅਦ ਜਦੋਂ ਇੰਨਾ ਕੁਛ ਹੋ ਜਾਂਦਾ ਤਾਂ ਭੜਕੇ ਹੋਏ ਕਿਸਾਨਾਂ ਨੇ ਵੀ ਉਹਦੇ ਗੱਡੀਆਂ ਨੂੰ ਵੀ ਅੱਗ ਲਾਈ ਅਤੇ ਜਿਹੜੇ ਬੰਦੇ ਉੱਥੇ ਵਿੱਚ ਸੀ ਕੁਛ ਤਾਂ ਉਹ ਡਿੱਗੇ ਅਤੇ ਉਹਨਾਂ 'ਤੇ ਜਦੋਂ ਹਮਲਾ ਇੱਕ ਟਾਈਪ ਦਾ ਕੀਤਾ, ਕੁਝ ਉਹ ਬੰਦੇ ਵੀ ਮਰੇ ਨੇ, 3-4 ਬੰਦੇ। ਉਹ ਕਹਿੰਦੇ ਨੇ 8 ਦੀ ਹਜੇ ਤੱਕ ਮਰਨ ਦੀ ਜਿਹੜੀ ਗੱਲ ਹੈ ਅਤੇ ਬਾਕੀ ਬੰਦੇ ਫੱਟੜ ਨੇ। ਇੱਕ ਜਿਹੜਾ ਉਸ ਏਰੀਏ ਦਾ ਵੱਡਾ ਕਿਸਾਨ ਲੀਡਰ ਹੈ ਮਿਸਟਰ ਤਜਿੰਦਰ ਸਿੰਘ ਵਿਰਕ, ਉਹ ਕਾਫੀ ਸੀਰੀਅਸ ਹੈ, ਜਿਹਨੂੰ ਮੈਦਾਂਤਾ ਹਸਪਤਾਲ ਦੇ ਵਿੱਚ ਉਹ ਕੀਤਾ ਗਿਆ। ਉਦੋਂ ਬਾਅਦ ਹੀ ਦੇਸ਼ ਪੱਧਰ ਦੇ ਵਿੱਚ ਇੱਕ ਗੱਲ ਫੈਲ ਜਾਂਦੀ ਹੈ ਅਤੇ ਜਦੋਂ ਗੱਲ ਫੈਲਦੀ ਹੈ ਤਾਂ ਇੱਕ ਸੱਦਾ ਲੋਕ ਆਪ ਮੁਹਾਰੇ ਉੱਧਰ ਨੂੰ ਜਾਣਾ ਸ਼ੁਰੂ ਕਰ ਦਿੰਦੇ ਨੇ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਫਟਾਫਟ ਐਲਾਨ ਆਉਂਦੇ ਨੇ, ਉਹ ਵੀ ਉਸ ਪਾਸੇ ਵੱਲ ਜਾਣਗੀਆਂ। ਰਕੇਸ਼ ਟਕੈਤ ਵੀ ਗਿਆ ਅਤੇ ਸੰਯੁਕਤ ਮੋਰਚਾ ਇੱਕ ਐਲਾਨ ਕਰ ਦਿੰਦਾ ਕਿ ਉਹਨਾਂ ਚਿਰ ਜਿਹੜੀਆਂ ਲਾਸ਼ਾਂ ਦਾ ਸੰਸਕਾਰ ਨਹੀਂ ਹੋਏਗਾ ਅਤੇ ਨਾਲ ਦੀ ਨਾਲ ਅਗਲੀ ਜੋ ਗੱਲ ਹੋਏਗੀ ਅਗਲੇ ਦਿਨਾਂ 'ਚ ਅੱਜ ਦਿੱਤਾ ਸੀ ਸੱਦਾ ਕਿ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਾਹਮਣੇ ਜਿਹੜੇ ਮੁਜ਼ਾਹਰੇ ਹੋਣ। ਇਹ ਉਸ ਲੈਵਲ ਤੇ ਗੱਲ ਜਿਹੜੀ ਘਟਨਾ ਕਰ ਚੱਲੀ। ਪਰ ਜਿਹੜਾ ਅਜੇ ਮਿਸ਼ਰਾ ਸੀ ਉਹ ਲਗਾਤਾਰ ਇਹ ਕਹਿਣ ਲੱਗ ਗਿਆ ਕਿ ਮੇਰਾ ਬੇਟਾ ਉੱਥੇ ਸੀਗਾ ਨਹੀਂ। ਉਹਨੇ ਬਾਰ-ਬਾਰ ਹਰ TV ਚੈਨਲ ਦੇ ਉੱਤੇ ਇੱਕ ਜਵਾਬ ਦਿੱਤਾ ਕਿ ਮੇਰਾ ਬੇਟਾ ਉੱਥੇ ਨਹੀਂ ਸੀ, ਉਹ ਤਾਂ ਉਸੇ ਫੰਕਸ਼ਨ ਵਾਲੀ ਜਗ੍ਹਾ 'ਤੇ ਸੀ। ਪਰ ਮੇਰਾ ਖਿਆਲ ਹੈ ਕਿ ਜਿਹੜਾ ਉੱਥੇ ਫੈਸਲਾ ਹੋਇਆ ਉਹ ਦੱਸਦਾ ਹੈ ਕਿ ਵੀਡੀਓ, ਇੱਕ ਕਾਂਸਟੇਬਲ ਦੀ ਵੀ ਵੀਡੀਓ ਕਿਸੇ ਚੈਨਲ ਨੇ ਚਲਾਈ ਹੈ, ਜਿਹੜਾ ਪੁਲਿਸ ਕਾਂਸਟੇਬਲ ਕਹਿ ਰਿਹਾ ਕਿ ਹਾਂ ਉਹ ਇੱਥੇ ਸੀਗਾ, ਇਹਨਾਂ ਗੱਡੀਆਂ ਦੇ ਵਿੱਚ ਸੀਗਾ ਆਸ਼ੀਸ਼। ਅਤੇ ਹੋਰ ਵੀ ਸ਼ਾਇਦ ਲੋਕਲ, ਕਿਉਂਕਿ ਵੀਡੀਓ ਇੰਨੇ ਮੋਬਾਈਲ ਹੁੰਦੇ ਨੇ, ਕਿਸੇ ਨਾ ਕਿਸੇ 'ਚ ਕੋਈ ਬੰਦ ਗੱਲ ਕੈਚ ਹੋ ਗਈ ਹੋਣੀ ਹੈ ਜੇਕਰ ਓਕੇ ਹੈ। ਅਤੇ ਜਿਹੜੀ ਫਿਰ ਉਦੋਂ ਬਾਅਦ ਸਮਝੌਤਾ ਹੋਇਆ ਹੁਣ ਜਾ ਕੇ ਲਾਸਟ ਦੇ ਵਿੱਚ
ਕਿਉਂਕਿ ਇਸ ਦੌਰਾਨ ਯੂਪੀ ਸਰਕਾਰ ਹਿੱਲ ਕੇ ਹੀ ਨਜ਼ਰ ਆਈ ਹੈ। ਉਹਨੇ ਰੋਕਾਂ ਲਾਤੀਆਂ 4 ਸਫੇਰੇ, ਕਿਸੇ ਆਗੂ ਨੂੰ ਨਹੀਂ ਆਉਣ ਦੇਣਾ, ਕਿਸੇ ਕਿਸਾਨਾਂ ਨੂੰ ਨਹੀਂ ਇਕੱਠੇ ਹੋਣ ਦੇਣਾ। ਫਿਰ ਵੀ ਕਿਹਾ ਜਾ ਰਿਹਾ ਵੱਡੀ ਗਿਣਤੀ 'ਚ ਉੱਥੇ ਕਿਸਾਨ ਸ਼ਾਮਲ ਹੋਏ ਤੇ ADGP ਲਾ ਐਂਡ ਆਰਡਰ ਨੂੰ ਡਿਊਟੀ ਦਿੱਤੀ ਗਈ ਤੇ ਬਾਕੀ ਕਿਸਾਨ ਟਿਕਾਇਤ ਹੋਣੀ ਵੀ ਗਈ। ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਉਹਦੇ 'ਚੋਂ ਫਿਰ ਇਹ ਹੋ ਗਿਆ ਅੰਤ ਨੂੰ, ਜਿਹੜੀਆਂ ਕਿਸਾਨਾਂ ਦੀਆਂ 3 ਮੰਗਾਂ ਸੀ ਬੇਸਿਕਲੀ। ਪਹਿਲਾਂ ਸਭ ਤੋਂ ਪਹਿਲੀ ਮੰਗ ਇਹ ਸੀ ਕਿ ਜਿਹੜਾ ਆਸ਼ੀਸ਼ ਮਿਸ਼ਰ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ, 302 ਦਾ ਪਰਚਾ ਦਰਜ ਕੀਤਾ ਜਾਵੇ ਤੇ ਉਹਦੇ ਫਾਦਰ ਜਿਹੜਾ ਹੋਮ ਮਿਨਿਸਟਰ ਹੈ ਉਹ ਅਸਤੀਫਾ ਦੇਵੇ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ। ਤੇ ਇੱਕ ਇਹਦੇ ਨਾਲ ਦੀ ਨਾਲ ਇਹ ਸੀਗੀ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਏ। ਪਹਿਲੀਆਂ ਇਹ ਬੁਨਿਆਦੀ ਮੰਗਾਂ ਸੀ ਜੀ। ਇਸ ਦੇ ਦੌਰਾਨ ਜਦੋਂ ਚੱਲਦੇ ਹੁਣ ਫੈਸਲਾ ਹੋਇਆ ਤਾਂ ਫੈਸਲੇ ਦੇ ਵਿੱਚ ਇਹ ਹੈ ਕਿ FIR ਕਿਸਾਨ ਆਗੂਆਂ ਨੂੰ ਦੇ ਦਿੱਤੀ ਗਈ ਹੈ, ਜਿਹਦੇ 'ਚ 302 ਵੀ ਹੈ, ਜਿਹਦੇ 'ਚ 120B ਵੀ ਹੈ, ਜਿਹਦੇ 'ਚ ਉਹ ਸਾਰੀਆਂ ਮਤਲਬ ਦੰਗੇ ਭੜਕਾਉਣ ਵਾਲੀ ਗੱਲ ਵੀ ਹੈ, ਕਤਲ ਕਰਨ ਦੀ ਗੱਲ ਵੀ ਹੈ, ਜਿਸ 'ਚ ਆਸ਼ੀਸ਼ ਮਿਸ਼ਰਾ ਦਾ ਨਾਮ ਹੈ ਤੇ ਬਾਕੀ ਹੋਰ ਬੰਦਿਆਂ ਦਾ 17-18 ਦਾ ਨਾਮ ਜਿਹੜਾ ਦਰਜ ਹੈ ਉਹਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਾਜ਼ਿਸ਼ ਰਚਣ ਦੇ ਮਾਮਲੇ 'ਚ 120B ਅਜੇ ਮਿਸ਼ਰਾ ਦਾ ਨਾਮ ਵੀ ਦਰਜ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਦਾ, ਕਿ ਸਾਜ਼ਿਸ਼ ਦਾ ਉਹਦੇ 'ਚ ਉਹ ਗੱਲ ਹੈ। ਤੇ ਇਹ ਜਿਹੜੀ FIR ਦੇ ਵਿੱਚ ਇਸ ਲੈਵਲ ਦੀ ਸਾਜ਼ਿਸ਼। ਦੂਜੀ ਇੱਕ ਹੋਰ FIR ਕਿਸੇ ਬੰਦੇ ਵੱਲੋਂ ਦਰਜ ਕੀਤੀ ਗਈ ਹੈ। ਉਹਨੇ ਕਿਹਾ ਕਿ ਜਿਹੜੇ ਦੰਗਾਈ ਬੰਦੇ ਸੀਗੇ ਉਹ ਮਤਲਬ ਬਿਨਾਂ ਨਾਮ ਲਏ ਹੈ, ਅਨਨੋਨ ਬੰਦਿਆਂ 'ਤੇ, ਜਿਹੜੀ ਕਿਸਾਨਾਂ ਵਾਲੀ ਧਿਰ 'ਤੇ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਇਹ ਜਿਹੜਾ ਸਾਰਾ ਮਾਮਲਾ ਇੱਕ ਤਾਂ ਇਹ ਹੋ ਗਿਆ। ਤੇ ਅਗਲੀ ਗੱਲ ਇਹ ਹੋ ਗਈ ਹੈ ਕਿ ਇਲਾਹਾਬਾਦ ਹਾਈ ਕੋਰਟ ਦਾ ਕੋਈ ਰਿਟਾਇਰਡ ਜੱਜ ਤੋਂ ਜਾਂਚ ਕਰਾਈ ਜਾਏਗੀ ਜੀ ਇਸ ਸਾਰੇ ਮਾਮਲੇ ਦੀ। ਤੇ ਨਾਲ ਦੀ ਨਾਲ ਇਹ ਹੈ ਕਿ 8 ਦਿਨ ਦਾ ਨੋਟਿਸ ਦਿੱਤਾ ਗਿਆ। ਉਹਨਾਂ ਨੇ ਸਮਾਂ ਮੰਗਿਆ, ਕਿਸਾਨ ਅੰਦੋਲਨ ਨੇ 8 ਦਿਨ ਦਾ ਸਮਾਂ ਦਿੱਤਾ ਕਿ ਜਿਹੜੇ ਕਲਪਰੇਟ ਨੇ, ਦੋਸ਼ੀ ਨੇ ਜਾਂ ਇਲਜ਼ਾਮ ਜਿਨ੍ਹਾਂ 'ਤੇ ਲੱਗੇ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। 8 ਦਿਨ ਦਾ ਮਤਲਬ ਭੋਗ ਤੱਕ ਦਾ ਸਮਾਂ ਦੇਤਾ। ਜੇਕਰ ਉਦੋਂ ਤੱਕ ਅਰੈਸਟ ਨਹੀਂ ਕੀਤਾ ਤਾਂ ਅਗਲਾ ਕੋਈ ਐਕਸ਼ਨ ਜਿਹੜਾ ਹੋਊਗਾ। ਤੇ ਇਹਦੇ ਨਾਲ ਨਾਲ ਇਹ ਵੀ ਹੈ ਫਿਰ ਵੀ ਜਿਹੜੇ 4 ਮ੍ਰਿਤਕ ਨੇ ਯੰਗ ਬੰਦੇ, ਤੇ ਇੱਕ 60 ਸਾਲ ਦਾ ਸੀ, ਬਾਕੀ ਤਾਂ ਬਹੁਤ ਜੰਗ ਨੇ, 19 ਸਾਲ ਦਾ, 20 ਸਾਲ ਦਾ, 23 ਸਾਲ ਦਾ। ਤੇ ਉਹਨਾਂ ਦੇ 45 ਲੱਖ ਰੁਪਇਆ ਦਾ ਜਿਹੜਾ ਇੱਕ ਐਕਸਗ੍ਰੇਟ ਜਿਹੜਾ ਗ੍ਰਾਂਟ ਕਹਿੰਦੇ ਆ ਉਹਨੂੰ, ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ 10-10 ਲੱਖ ਰੁਪਏ ਜਿਹੜਾ ਦੇਣ ਦਾ, ਤੇ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰ 'ਚ ਇੱਕ ਨੂੰ ਸਰਕਾਰੀ ਨੌਕਰੀ ਜੀ। ਇਹ ਇਸ 'ਤੇ ਫਿਲਹਾਲ ਸਮਝੌਤਾ ਜਿਹੜਾ ਉਸ ਲੈਵਲ 'ਤੇ ਹੋਇਆ। ਪਰ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀ ਪ੍ਰੋਵੋਕੇਸ਼ਨ ਦੇ ਬਾਵਜੂਦ, ਇੰਨੀ ਉਕਸਾਹਟ ਦੇ ਬਾਵਜੂਦ ਅੰਦੋਲਨ ਸ਼ਾਂਤਮਈ ਰਿਹਾ। ਨਹੀਂ ਤਾਂ ਹੋਰ ਬਹੁਤ ਉਦੋਂ ਜਿਹੜੀ ਤਾਜ਼ਾ ਪ੍ਰੋਵੋਕੇਸ਼ਨ 'ਚ 1-2 ਗੱਡੀਆਂ ਨੂੰ ਅੱਗ ਲੱਗ ਗਈ ਮੁੜ ਕੇ, ਨਹੀਂ ਤਾਂ ਐਡਾ ਵੱਡਾ ਅੰਦੋਲਨ, ਐਡਾ ਵੱਡਾ ਹਜੂਮ ਕੁਝ ਵੀ ਫੂਕ ਸਕਦਾ ਤੇ ਕਿਸੇ ਨਾਲ ਵੀ ਕੋਈ ਇਹੋ ਜਿਹੀ ਗੱਲ ਕਰ ਸਕਦਾ। ਇਹ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ ਕਿ ਉਹਨੇ ਇਕੱਲੇ ਦੇ ਦਿਮਾਗ 'ਚ ਇਹ ਗੱਲ ਭਰਤੀ ਕਿ ਅੰਦੋਲਨ ਸ਼ਾਂਤਮਈ ਰਹਿਣਾ ਹੈ। ਔਰ ਸ਼ਾਂਤਮਈ ਐਡੀਆਂ ਭੀੜਾਂ ਨੂੰ ਰੁਕਣਾ ਬਹੁਤ ਔਖਾ ਹੈ, ਐਡੇ ਵੱਡੇ ਉਹਨਾਂ ਨੂੰ ਜੇ ਆਪਦੇ ਆਪ ਲੋਕਾਂ ਦੇ ਅੰਦਰ ਗੱਲ ਨਾ ਆਈ ਹੋਵੇ। ਤੇ ਅਗਲੀ ਗੱਲ, ਇੱਕ ਹੋਰ ਗੱਲ ਜਿਹੜੀ ਇਹਦੇ ਨਾਲ ਨਵਾਂ ਕੁਐਸਚਨ ਖੜਾ ਹੁੰਦਾ ਹੈ ਕਿ ਜਦੋਂ ਕਿਸੇ ਗ੍ਰਹਿ ਵਿਭਾਗ ਦੇ ਮੰਤਰੀ ਦੇ ਖਿਲਾਫ ਸਾਜ਼ਿਸ਼ ਕਰਨ ਦੀ FIR ਦਰਜ ਹੋ ਜਾਵੇ, 120B ਉਹ 'ਤੇ ਆ ਜੇ, ਤਾਂ ਮੈਨੂੰ ਲੱਗਦਾ ਕਾਨੂੰਨੀ ਤੌਰ 'ਤੇ ਤਾਂ ਕਾਨੂੰਨ ਦਾ ਦੱਸਣਗੇ ਤੇ ਸਭ ਅਖਲਾਕੀ ਤੌਰ 'ਤੇ ਉਹਦਾ ਬਣੇ ਰਹਿਣਾ ਜ਼ਰੂਰੀ ਨਹੀਂ, ਉਹਨੂੰ ਅਸਤੀਫਾ ਦੇਣਾ ਹੀ ਪਏਗਾ। ਔਰ ਅਸਤੀਫਾ ਦੇਣਾ ਚਾਹੀਦਾ ਅਖਲਾਕੀ ਤੌਰ 'ਤੇ। ਜਦੋਂ ਉਹਦਾ ਨਾਂ ਉਸ FIR ਦੇ ਉਸ ਖਾਨੇ ਦੇ ਵਿੱਚ ਆ ਜੇ ਤਾਂ ਫਿਰ ਉਹ ਗ੍ਰਹਿ ਵਿਭਾਗ ਜਿਹਦੇ ਅੰਡਰ ਸਾਰੀ ਪੁਲਿਸ ਤੇ ਸਾਰਾ ਕੁਝ ਹੈ ਤਾਂ ਉਹ ਕਿਵੇਂ ਕੰਮ ਕਰੂਗਾ, ਕਿਸ ਤਰੀਕੇ ਦੇ ਨਾਲ ਕੰਮ ਕਰੂਗਾ। ਇਹ ਕਿਸਾਨ ਅੰਦੋਲਨ ਦੀ ਇੱਕ ਬਹੁਤ ਵੱਡਾ ਮੇਰਾ ਖਿਆਲ ਹੈ ਮਾਮਲਾ ਜਿੱਤ ਦੇ ਰੂਪ ਦੇ ਵਿੱਚ, ਕਿ ਇਦੋਂ ਪਹਿਲਾਂ ਜਿੰਨੇ ਵੀ ਕਤਲ ਹੋਏ ਹਜੂਮੀ ਹਿੰਸਾ ਦੇ ਰੂਪ ਦੇ ਵਿੱਚ ਯੂਪੀ ਦੇ ਵਿੱਚ, ਚਾਹੇ ਉਹ ਲਵ ਜਹਾਦ ਦੇ ਨਾਂ 'ਤੇ ਕਿਸੇ ਦਾ ਕਤਲ ਹੁੰਦਾ ਸੀ, ਚਾਹੇ ਉਹ ਗਊ ਮਾਸ ਖਾਣ ਦੇ ਨਾਂ 'ਤੇ ਕਿਸੇ ਦਾ ਕਤਲ ਹੁੰਦਾ ਸੀ, ਚਾਹੇ ਕਿਸੇ ਦਾ, ਕਦੇ ਕੋਈ ਪਿੱਛੇ ਨਹੀਂ ਹਟਿਆ, ਨਾ ਕਿਸੇ ਨੇ ਕੋਈ ਗੱਲ ਕੀਤੀ। ਅੱਜ ਉਹ ਸਰਕਾਰ ਝੁਕੀ ਦਿਖਾਈ ਦਿੱਤੀ ਹੈ ਇਸ ਘੱਟੋ ਘੱਟ ਮਾਮਲੇ ਦੇ ਵਿੱਚ, ਕਿਉਂਕਿ ਉਹ ਹਿੱਲ ਗਈ ਲੱਗਦੀ ਹੈ ਕਿ ਜਿੱਡਾ ਵੱਡਾ ਦੇਸ਼ ਦੇ ਵਿੱਚ ਰਿਐਕਸ਼ਨ ਹੋ ਗਿਆ ਹੈ, ਪ੍ਰਤੀਕਿਰਿਆ ਹੋ ਗਈ, ਤਾਂ ਇਹ ਸ਼ਾਇਦ ਸਾਹਮਣਾ ਮੁਸ਼ਕਲ ਹੋ ਜੇ ਸਮਝੌਤੇ 'ਤੇ ਨਾ ਪਹੁੰਚੇ, ਜੇ FIR ਇਸ ਲੈਵਲ 'ਤੇ ਨਾ ਕੱਟੀ ਗਈ ਤਾਂ। ਜੀ ਹਮੀਰ ਜੀ, ਜਿਵੇਂ ਯੂਪੀ ਸਰਕਾਰ ਨੇ ਜਿਹੜਾ ਹੈਗਾ ਕਿਸਾਨਾਂ ਦੇ ਦਬਾਅ ਹੇਠ ਕੇਂਦਰੀ ਮੰਤਰੀ ਦੇ ਜਿਹੜੇ ਪੁੱਤ 'ਤੇ ਪਰਚਾ ਦਰਜ ਕੀਤਾ ਹੈ, ਕੇਸ ਦਰਜ ਕਰ ਦਿੱਤਾ ਹੈ, ਉਸ ਤੋਂ ਬਾਅਦ ਹੁਣ ਸਰਕਾਰ ਦਾ ਰਵੱਈਆ ਕਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ? ਸਰਕਾਰ ਚਾਹੇ ਕੇਂਦਰ ਦੀ ਹੋਵੇ ਚਾਹੇ ਉੱਤਰ ਪ੍ਰਦੇਸ਼ ਦੀ ਹੋਵੇ, ਉਸ ਦੇ ਆਗੂਆਂ ਦਾ ਕੀ ਕਹਿਣਾ, ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦੇਖ ਰਹੇ? ਮੈਨੂੰ ਲੱਗਦਾ ਕਿ ਸਰਕਾਰ ਬਹੁਤੀ ਵਾਰ ਰਵੱਈਆ ਨਹੀਂ ਬਦਲਦਾ, ਫਸੀ ਹੋਈ ਕੰਮ ਕਰਦੀ ਹੈ। ਇੱਕ ਹੁੰਦਾ ਤੁਹਾਡਾ ਐਟੀਟਿਊਡ, ਅਪਰੋਚ ਹੁੰਦੀ ਹੈ। ਅਪਰੋਚ ਇਹ ਹੁੰਦੀ ਹੈ ਕਿ ਆਪਾਂ ਇਹਨਾਂ ਅੰਦੋਲਨਾਂ ਨਾਲ ਕਿਵੇਂ ਨਜਿੱਠਣਾ ਹੈ। ਜਿਹੜੀ ਸਰਕਾਰ ਦੀ ਲਗਾਤਾਰਤਾ 'ਚ ਅਪਰੋਚ ਆ ਰਹੀ ਹੈ ਤੇ ਇੱਕ ਕਿਸਾਨ ਅੰਦੋਲਨ ਦੀ ਲਗਾਤਾਰ 'ਚ ਦੋ ਪਹੁੰਚਾਂ ਨੇ, ਨਜ਼ਰੀਏ ਨੇ। ਉਹ ਨਜ਼ਰੀਆ ਇਹ ਹੈ ਸਰਕਾਰ ਦਾ, ਜਿਵੇਂ ਕਿ ਅਜੇ ਮਿਸ਼ਰਾ ਕਹਿੰਦਾ ਸੀ ਕੱਲ੍ਹ ਵੀ ਕਿ ਉਹ ਕਿਸਾਨ ਨਹੀਂ ਸੀ, ਕਿਸਾਨਾਂ 'ਚ ਬੱਬਰਾਂ ਦੇ ਬੰਦੇ ਸੀ,
ਕੋਈ ਇਹੋ ਜਿਹੇ ਐਲੀਮੈਂਟ ਆ ਗਏ ਜਿਨ੍ਹਾਂ ਨੇ ਸਾਡੇ ਬੰਦਿਆਂ ਨੂੰ ਰੋਕਿਆ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ। ਪਹਿਲਾਂ ਉਹਦਾ ਇਹ ਮੁਹਾਵਰਾ ਸੀ ਜਿਹੜਾ ਕਿ ਰੂਟੀਨ ਮੁਹਾਵਰਾ ਸੀ ਬੀਜੇਪੀ ਗਵਰਨਮੈਂਟ ਦਾ ਲਗਾਤਾਰ ਬਣਿਆ ਹੋਇਆ। ਸ਼ਾਇਦ ਇਹੀ 26 ਜਨਵਰੀ ਨੂੰ ਮੁਹਾਵਰਾ ਚਲਾਇਆ, ਇਹੀ ਕਿਸਾਨ ਅੰਦੋਲਨ ਤੇ ਪਹਿਲਾਂ ਮਾਓਵਾਦੀਆਂ ਦਾ, ਖਾਲਿਸਤਾਨੀਆਂ ਦਾ, ਪਾਕਿਸਤਾਨ ਚਾਈਨਾ ਦੇ ਸਪੋਰਟਰਾਂ ਦਾ, ਇਹ ਸਾਰੇ ਜਿਹੜਾ ਮੁਹਾਵਰਾ ਜਿਹੜਾ ਚੱਲਿਆ ਉਹਨਾਂ ਨੂੰ ਅਸਲ 'ਚ ਸਮਝ ਨਹੀਂ ਆ ਰਹੀ ਇਹਦੇ ਨਾਲ ਨਜਿੱਠਿਆ ਕਿਵੇਂ ਜਾਵੇ। ਇਹ ਸਾਰੇ ਫੇਲ ਹੋ ਗਏ ਐਲੀਗੇਸ਼ਨ ਜੀ, ਤਾਂ ਨਵਾਂ ਕਿਵੇਂ ਠੀਕ ਹੋ ਜਾਏਗਾ ਉਸ ਸਾਰੇ ਮਾਮਲੇ ਦੇ ਵਿੱਚ। ਤੇ ਇੱਕ ਇਹ ਤੋਂ ਅਗਲੀ ਗੱਲ ਇਹ ਹੋਈ ਕਿ ਜਿਹੜਾ ਮੁਜ਼ੱਫਰਨਗਰ ਰੈਲੀ ਕੀਤੀ ਜੀ ਕਿਸਾਨਾਂ ਨੇ ਉਦੋਂ, ਜਦੋਂ ਉੱਥੇ ਨਾਅਰਾ ਦਿੱਤਾ ਗਿਆ ਜਿਹੜਾ ਬਹੁਤ ਵੱਡਾ ਸੀ, ਜੇ ਤੋੜेंगे ਹਮ ਜੋੜेंगे ਜੀ, ਇਹ ਆਪਦੇ ਆਪ 'ਚ ਇੱਕ ਸ਼ਾਨਦਾਰ ਕੰਟਰਾਸਟ ਨਾਅਰਾ ਸੀ ਉਸ ਸਾਰੇ ਮਾਮਲੇ ਦਾ। ਇਸ ਕਰਕੇ ਉਹ ਲੋਕਾਂ 'ਚ ਫੁੱਟ ਪਾ ਨਹੀਂ ਸਕਿਆ ਉਸ ਪੱਧਰ ਦੇ ਉੱਤੇ। ਦੂਜਾ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਇਹ ਵੀ ਉਹਦੇ 'ਤੇ ਦਬਾਅ ਸੀ ਕਿ ਮੁਸਲਿਮ ਘੱਟ ਗਿਣਤੀ ਦੇ ਖਿਲਾਫ ਤਾਂ ਉਹ ਜਿਵੇਂ ਕਰਦੀ ਹੈ ਸਾਰੇ ਜੱਗ ਨੂੰ ਪਤਾ ਤੇ ਉਹ ਆਪ ਵੀ ਜਿਵੇਂ ਕਰਦੇ ਨੇ, ਤੇ ਜਿਹੜੀ ਸਿੱਖ ਘੱਟ ਗਿਣਤੀ ਹੈ ਜੇ ਇਹਦੇ 'ਚ ਵੀ ਜਿੰਨੇ ਇੰਨੇ ਬੰਦੇ ਮਰ ਗਏ, ਪਹਿਲਾਂ ਕਾਂਗਰਸ ਨੂੰ ਦੋਸ਼ ਦਿੰਦੇ ਆ 84 ਕਰਤਾ, ਤਾਂ ਫਿਰ ਸ਼ਾਇਦ ਹੋਰ ਜ਼ਿਆਦਾ ਜਿਹੜਾ ਇਮੇਜ ਹੁੰਦਾ ਓਵਰਆਲ ਤੇ ਉਹਦੇ ਨਾਲ ਵੀ ਜਿਸ ਲੈਵਲ ਦਾ ਵੀ ਇਹ ਵੀ ਇੱਕ ਦਬਾਅ ਜ਼ਰੂਰ ਰਿਹਾ ਹੋਣਾ ਉਸ ਪੱਧਰ ਦੇ ਉੱਤੇ ਜੇਕਰ ਇੱਕ ਗੱਲ ਹੁੰਦੀ ਹੈ ਤਾਂ। ਤੇ ਬਾਕੀ ਇਹ ਹੈ ਕਿ ਕਿਸਾਨ ਕਿੱਤੇ ਦੇ ਤੌਰ ਤੇ ਇੱਕ ਨੇ, ਉੱਥੇ ਮੁਸਲਿਮ, ਉੱਥੇ ਸਿੱਖ, ਉੱਥੇ ਬਾਕੀ ਦੇ ਜਿਹੜੇ ਹਿੰਦੂ, ਉਹਦੇ 'ਚ ਕੋਈ ਫਰਕ ਨਹੀਂ ਸੀ। ਕਿਸਾਨਾਂ ਨੇ ਕਿ ਸਾਡਾ ਧਰਮ ਕਿਸਾਨੀ ਹੈ, ਮਤਲਬ ਬਾਕੀ ਜੋ ਮਰਜ਼ੀ ਹੈ। ਹਾਂ, ਹੁਣ ਜੇਕਰ ਇਹਨਾਂ ਦੇ ਮੁਹਾਵਰੇ 'ਚ ਫਰਕ ਪੈਂਦਾ ਹੁੰਦਾ ਤਾਂ ਹਰ ਬੰਦਾ ਹੀ ਉਵੇਂ ਹੀ ਬਿਆਨ ਨਾ ਦਿੰਦਾ ਬਾਰ-ਬਾਰ। ਤੁਸੀਂ ਦੇਖੋ ਕਿ ਉਹਦਾ ਲਗਾਤਾਰ ਦੇ ਬਿਆਨ ਆ ਰਹੇ ਨੇ। ਇਹਨਾਂ ਨੂੰ ਇੱਕੋ ਹੀ ਬੰਦਾ ਯੂਪੀ ਨਾਲ ਰਿਲੇਟਡ ਜਿਹੜਾ ਥੋੜ੍ਹਾ ਜਿਹਾ ਸ਼ਾਇਦ ਜ਼ਮੀਨ ਨਾਲ ਜੁੜਿਆ ਉਹ ਹੈ ਜਿਹੜਾ ਮਲਕ ਜੀ, ਉਹ ਜਿਹੜਾ ਗਵਰਨਰ ਹੈ, ਉਹ ਕਹਿੰਦਾ ਰਿਹਾ ਕਿ ਤੁਸੀਂ ਇਹ ਪੰਗਾ ਨਾ ਲਓ, ਇੱਧਰ ਨਾ ਜਾਓ, ਇਸ ਗੱਲ ਦਾ ਮੈਨੂੰ ਪਤਾ ਹੈ ਤੁਹਾਡਾ ਖਹਿੜਾ ਛੁੱਟਣਾ ਨਹੀਂ ਹੈ, ਇਹਨਾਂ ਨੂੰ ਕੁਝ ਦੇ ਦੂ ਕੇ ਤੋਰੋ, ਖਾਲੀ ਨਾ ਤੋਰਿਓ, ਤੁਹਾਨੂੰ ਪਤਾ ਨਹੀਂ ਹੈ ਲੜਾਈ ਕਿੰਨੀ ਲੰਮੀ ਹੋਈ। ਪਰ ਇਹਨਾਂ ਦੇ ਹਜਮ ਨਹੀਂ ਆ ਰਿਹਾ। ਤੁਸੀਂ ਦੇਖੋ ਕਿ ਉੱਥੇ ਇਹਨਾਂ ਦਾ ਸਟੇਟ ਹੋਮ ਮਿਨਿਸਟਰ ਹੈ ਜੀ, ਤੇ ਇਹ ਤੋਂ ਪਹਿਲਾਂ ਵੀ ਇੱਕ ਨੇ ਉੱਥੇ ਗਾਜੀਪੁਰ ਏਰੀਏ 'ਚ ਇੱਕ ਐਸੀ ਲੀਡਰ ਨੇ ਵੀ ਕਿਹਾ ਸੀਗਾ ਕਿ ਐਵੇਂ ਕਰਦੇ ਹਾਂ ਜੀ ਅਸੀਂ ਤਾਂ, ਜਾਂ ਇਹ ਬੈਠੇ ਹੋਏ ਨੇ ਅਸੀਂ ਦੇਖ ਲਾਂਗੇ। ਉਦੋਂ ਜਿਹੜਾ ਗਾਜੀਪੁਰ ਤਣਾਅ ਹੋਇਆ ਉਹ ਢੋਲ ਢਮੱਕੇ ਨਾਲ ਆ ਰਹੇ ਸੀ, ਉਹ ਤਾਂ ਹੀ ਹੋਇਆ ਸੀ। ਮਤਲਬ ਜਿੱਥੇ ਕਿਤੇ ਵੀ ਬੀਜੇਪੀ ਵਾਲੇ ਬੋਲਦੇ ਨੇ, ਪੰਜਾਬ ਵਾਲੇ ਦੇਖੋ ਕਿਵੇਂ ਬੋਲਦੇ ਰਹੇ ਨੇ ਇਹ ਤੋਂ ਪਹਿਲਾਂ ਜੀ, ਕਦੇ ਗਰੇਵਾਲ ਬੋਲੇ ਜਾਂ ਜਿਹੜਾ ਵੀ ਬੋਲੇ ਕਿ ਇਹਨਾਂ ਨੂੰ ਤਾਂ ਸਿੱਧਾ ਕਰ ਦੇਣਾ ਚਾਹੀਦਾ। ਤੇ ਰਹਿੰਦੀ ਖੁੰਦੀ ਕਸਰ ਬਾਰ-ਬਾਰ ਖੱਟੜ ਸਾਹਿਬ ਦੀ ਦੇਖ ਲਓ ਜੀ, ਖੱਟਰ ਸਾਹਿਬ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਹੁਣ, ਤੇ ਇਹਦੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜੀ ਪਹਿਲਾਂ ਕਰਨਾਲ ਵਾਲੀ ਵੀਡੀਓ ਸੀ ਜੀ, ਉਸ ਅਫਸਰ ਦੀ ਐਸਡੀਐਮ ਦੀ, ਤੇ ਉਸ ਐਸਡੀਐਮ ਦੀ ਜ਼ਰੂਰਤ ਨਹੀਂ ਸੀ। ਇਹ ਤਾਂ ਸ਼ਬਦਾਲ ਬੋਲੀ ਪੋਲੀਟੀਕਲ ਆਦਮੀ ਦੀ ਹੈ ਜੀ, ਇਹ ਤਾਂ ਉਹੀ ਸ਼ਬਦਾਵਲੀ ਹੈ ਜਿਹੜੀ ਖੱਟਰ ਸਾਹਿਬ ਕਹਿ ਰਹੇ ਨੇ, ਜਿਹੜੀ ਉਹਦੇ ਮੂੰਹ 'ਚ ਪਹਿਲਾਂ ਪਾਈ ਹੋਈ ਸੀ ਤੇ ਮੁੜ ਕੇ ਇਹਨਾਂ ਦੇ ਮੂੰਹ ਦੇ ਵਿੱਚ ਹੀ ਹੈ। ਬਿਲਕੁਲ। ਤੇ ਅੱਜ ਉਹ ਵੀਡੀਓ ਜਿਹੜੀ ਹੋ ਰਹੀ ਹੈ, ਤੁਸੀਂ ਦੇਖੋ ਕਿ ਕਹਿ ਰਹੇ ਤੇ ਆਪਦੇ ਬੰਦਿਆਂ ਨੂੰ ਕਿ ਜਿਹੜੇ ਇਸ ਰੀਜਨ ਦੇ ਵਿੱਚ 500 700 ਹਜ਼ਾਰ ਬੰਦਾ ਖੜਾ ਕਰੋ ਲੱਠ ਵਾਲਾ, ਤੇ ਜੇ ਕੋਈ ਆਉਂਦਾ ਤਾਂ ਲੱਠ ਮਾਰੋ ਜੀ, ਤੇ ਕੰਟਰੋਲ ਕਰੋ, ਐ ਜੈਸੇ ਕੋ ਤੈਸਾ। ਜੇ ਉਹ ਹਾਲਾਂਕਿ ਜੈਸੇ ਕੋ ਤੈਸੇ ਵਾਲੀ ਗੱਲ ਨਹੀਂ, ਫਾਰਮਰ ਨੇ ਤਾਂ ਕਿਸੇ ਲੱਠ ਮਾਰੀ ਨਹੀਂ, ਉਹ ਤਾਂ ਅਜੇ ਪੀਸਫੁਲ ਅੰਦੋਲਨ ਹੈ, ਪਰ ਤੁਸੀਂ ਭੜਕਾ ਰਹੇ ਹੋ ਇੱਕ ਟਾਈਪ ਦਾ। ਤੇ ਨਾਲ ਦੀ ਨਾਲ ਇਹ ਕਹਿ ਰਹੇ ਹੋ ਤੂੰ ਅਪਰਾਧ ਕਰਨ ਤੋਂ, ਕ੍ਰਾਈਮ ਕਰਨ ਤੋਂ ਝਿਜਕ ਨਾ। ਕ੍ਰਾਈਮ ਕਰਕੇ ਜੇ ਤੂੰ 6 ਮਹੀਨੇ ਲਈ ਅੰਦਰ ਚਲਾ ਜਾਏਗਾ, ਜਿੰਨਾ ਪਾਰਟੀ ਦੀਆਂ ਮੀਟਿੰਗਾਂ 'ਚ ਵੱਡਾ ਲੀਡਰ ਨਹੀਂ ਬਣਦਾ, ਅੰਦਰੋਂ ਵੱਡਾ ਲੀਡਰ ਬਣ ਕੇ ਆਏਗਾ। ਇਹ ਨਸੀਹਤ ਦੇ ਰਿਹਾ ਇੱਕ ਸੂਬੇ ਦਾ ਚੀਫ ਮਿਨਿਸਟਰ। ਕੀ ਸੰਵਿਧਾਨਕ ਤੌਰ 'ਤੇ ਉਹਨੂੰ ਹੱਕ ਹੈ ਕਿਸੇ ਸੰਵਿਧਾਨਕ ਕੁਰਸੀ 'ਤੇ ਬੈਠਣ ਦਾ? ਜਿਹੜਾ ਬੰਦਾ ਕ੍ਰਾਈਮ ਨੂੰ ਲਗਾਤਾਰ ਉਭਾਰਦਾ ਹੋਵੇ ਕਿ ਤੁਸੀਂ ਜਾ ਕੇ ਇਹ ਕੰਮ ਕਰੋ, ਜੇਲ੍ਹ ਜਾਇਓ, ਵੱਡੇ ਲੀਡਰ ਬਣ ਕੇ ਨਿਕਲੋ, ਤਾਂ ਤੁਸੀਂ ਦੰਗਈਆਂ ਨੂੰ ਤੇ ਤੁਸੀਂ ਉਸ ਲੈਵਲ ਦੇ ਅਪਰਾਧੀ ਬੰਦਿਆਂ ਨੂੰ ਉਤਸ਼ਾਹਿਤ ਕਰ ਰਹੇ ਹੋ ਕਿ ਤੁਸੀਂ ਸਿਆਸਤ 'ਚ ਆ ਜਾਓ ਵੱਡੇ ਲੀਡਰ ਬਣ ਕੇ। ਪਹਿਲਾਂ ਲੋਕਾਂ ਦੇ ਸਿਰ ਫੋੜੋ, ਲੋਕਾਂ ਦੇ ਲਾਠੀਆਂ ਮਾਰੋ, ਉਸ ਤੋਂ ਬਾਅਦ ਦੁਬਾਰਾ ਆ ਕੇ ਸੱਤਾ 'ਚ ਆ ਜਿਓ। ਇਹ ਬਹੁਤ ਵੱਡਾ ਇਖਲਾਕੀ ਤੇ ਸੰਵਿਧਾਨਕ ਕੁਐਸਚਨ ਹੈ ਕਿ ਤੁਹਾਡੇ ਕੋਲ ਗਵਰਨਰ ਕੀ ਕਹਿੰਦਾ ਜਾਂ ਪੂਰੀ ਦੀ ਪੂਰੀ ਸਰਕਾਰ ਕੀ ਕਹਿੰਦੀ ਹੈ, ਤਾਂ ਖੱਟਰ ਤੋਂ ਕੀ ਜਵਾਬ ਲੈਂਦੇ ਨੇ ਜਾਂ ਉਹਨੂੰ ਅਸਤੀਫਾ ਦੇਣ ਲਈ ਕਹਿੰਦੇ ਨੇ, ਨਹੀਂ ਕਹਿੰਦੇ। ਵੈਸੇ ਤਾਂ ਇਖਲਾਕ ਹੁਣ ਖਤਮ ਹੀ ਹੋ ਗਿਆ, ਇਖਲਾਕ ਨਾਂ ਦੀ ਕੋਈ ਚੀਜ਼ ਨਹੀਂ ਹੈ। ਪਰ ਇੱਕ ਤਰਤੀਬ ਹੈ ਜਿਹੜੀ ਤਰਤੀਬ ਕੋਸ਼ਿਸ਼ ਕਰ ਰਹੀ ਹੈ ਕਿਸਾਨ ਅੰਦੋਲਨ ਨੂੰ ਹਿੰਸਕ ਬਣਾਉਣ ਦੀ, ਪਰ ਕਿਸਾਨ ਅੰਦੋਲਨ ਦੀ ਜ਼ਮੀਨ ਇੰਨੀ ਮਜ਼ਬੂਤ ਹੈ ਕਿ ਉਹ ਹਿੰਸਕ ਹੋ ਨਹੀਂ ਰਿਹਾ, ਤੇ ਉਹ ਹਰ ਕਦਮ 'ਤੇ ਲਗਾਤਾਰ ਕੁਰਬਾਨੀ ਦੇ ਰਿਹਾ ਔਰ ਲਗਾਤਾਰ ਕੁਰਬਾਨੀ ਦੇ ਰਿਹਾ ਉਸੇ ਮਾਮਲਿਆਂ ਦੇ ਵਿੱਚ। ਪਰ ਉਹ ਲਗਾਤਾਰ ਕੁਰਬਾਨੀਆਂ ਦੇ ਉਹਨਾਂ ਨੂੰ ਪਿੱਛੇ ਹਟਾ ਰਿਹਾ ਕਾਨੂੰਨੀ ਤੌਰ 'ਤੇ ਵੀ ਔਰ ਇਖਲਾਕੀ ਤੌਰ 'ਤੇ ਵੀ। ਔਰ ਇਹ ਇਸੇ ਲਈ ਹੈ ਕਿ ਜਿਹੜਾ ਜਿਵੇਂ ਉਦਾਸੀ ਦਾ ਗੀਤ ਹੈ ਨਾ ਕਿ ਜਿਹੜੀ ਬਦਲੇ ਲਿਆਂ ਤੋਂ ਵੀ ਜਿਹੜੀ ਮੁੱਕਣੀ ਨਾ ਐਡੀ ਲੰਮੀ ਆ ਸਾਡੀ ਕਤਾਰ ਲੋਕੋ, ਤੇ ਉਹ ਜਿਹੜਾ ਕੱਟਣ ਦੀ ਗੱਲ ਹੈ ਕਿ ਲੋਕਾਂ ਨੂੰ ਮਾਰਨ ਦੀ ਗੱਲ ਹੈ ਮੁਕਾਬਲੇ ਜੇ ਕਾਸੇ ਦੇ ਵਿੱਚ, ਇਹ ਉਹ ਸਾਬਤ ਕਰ ਰਿਹਾ ਅੰਦੋਲਨ। ਪਰ ਬੀਜੇਪੀ ਨੂੰ ਮੇਰੇ ਖਿਆਲ ਹੈ ਇਸ ਅੰਦੋਲਨ ਤੋਂ ਬਾਅਦ ਕੱਟੋ
ਆਹ ਘਟਨਾ ਤੋਂ ਬਾਅਦ ਸਬਕ ਲੈਣਾ ਚਾਹੀਦਾ। ਮਾਮਲਾ ਵੱਡਾ ਹੈ, ਜਿਹੜਾ ਕਾਨੂੰਨਾਂ ਦਾ ਹੀ ਹੈ। ਜੇ ਉਹ ਬਿਡਰਾ ਹੁੰਦੇ ਨੇ, ਸਮਝੌਤਾ ਹੁੰਦਾ ਕਿਸਾਨਾਂ ਨਾਲ, ਤਾਂ ਸ਼ਾਇਦ ਕੋਈ ਇੱਕ ਅਗਲਾ ਕੋਈ ਸਟੈਪ ਜਿਹੜਾ ਉਸ ਲੈਵਲ ਦਾ ਹੋਏਗਾ। ਜੀ ਹਮੀਰ ਜੀ, ਜਿਵੇਂ ਅੰਦੋਲਨ ਨੂੰ ਚੱਲਦੇ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਤੇ ਪਹਿਲੇ ਦਿਨ ਤੋਂ ਭਾਜਪਾ ਦੇ ਆਗੂ ਜਿਹੜੇ ਹੈਗੇ ਕਈ ਤਰ੍ਹਾਂ ਦੀ ਟਿੱਪਣੀਆਂ ਕਰਦੇ ਆ ਰਹੇ ਨੇ, ਜਿਸ ਨੂੰ ਲੈ ਕੇ ਕਈ ਪਹਿਲਾਂ ਵੀ ਭਾਜਪਾ ਆਗੂ ਵਿਵਾਦਾਂ 'ਚ ਘਿਰੇ ਨੇ, ਤੇ ਹੁਣ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਦੀ ਅਜਿਹਾ ਬਿਆਨਬਾਜ਼ੀ ਜਿਹੜੀ ਸਾਹਮਣੇ ਆਉਂਦੀ ਹੈ, ਜਿਹੜਾ ਇੱਕ ਨਵਾਂ ਵਿਵਾਦ ਪੈਦਾ ਕਰਦੀ ਹੈ, ਨਵਾਂ ਵਿਵਾਦ ਖੜਾ ਕਰਦੀ ਹੈ। ਅਸੀਂ ਜਾਣਨਾ ਚਾਹਾਂਗੇ ਇਹੋ ਜਿਹੀਆਂ ਜਿਹੜੀ ਟਿੱਪਣੀਆਂ ਹੈਗੀਆਂ ਇਹ ਸਮਾਜ 'ਤੇ ਕਿਸ ਤਰ੍ਹਾਂ ਦਾ ਅਸਰ ਪਾ ਰਹੀਆਂ ਨੇ? ਨਹੀਂ, ਸਮਾਜ 'ਤੇ ਅਸਰ ਪਾਉਂਦੀਆਂ ਹੀ ਨੇ। ਮੇਰਾ ਖਿਆਲ ਹੈ ਸਮਾਜ, ਜਦੋਂ ਤੁਸੀਂ ਬਹੁ ਗਿਣਤੀ ਦੀ ਇੱਕ ਸਿਆਸਤ ਕਰਦੇ ਹੋ, ਜਿਹੜੀ ਪਛਾਣ ਦੀ ਸਿਆਸਤ ਹੁੰਦੀ ਹੈ, ਚਾਹੇ ਘੱਟ ਗਿਣਤੀ ਤੇ ਬਹੁ ਗਿਣਤੀ 'ਚ ਜਦੋਂ ਬਣਦੇ ਨੇ ਜੀ, ਤਾਂ ਉਹ ਤੁਸੀਂ ਇੱਕ ਖਾਸ ਕੁਨਬੇ ਦੀ ਨੂੰ ਬਹੁਤ ਜ਼ਿਆਦਾ ਇਕੱਠੇ ਕਰਕੇ ਉਹਦੀ ਤਾਕਤ ਦੂਜੇ ਦੇ ਖਿਲਾਫ ਜਦੋਂ ਵਰਤਦੇ ਹੋ, ਉਕਸਾਉਂਦੇ ਹੋ। ਇਹ ਇਕੱਠ ਕਦੋਂ ਹੁੰਦਾ ਹੈ? ਜਿਵੇਂ 47 ਸੀ, 1947 ਦੇ ਵਿੱਚ ਐਦੋਂ ਪਹਿਲਾਂ ਪੰਜਾਬ ਵਰਗਾ ਸੂਬਾ ਸੀ। ਇੱਥੇ ਤਾਂ ਮੁਸਲਿਮ ਲੀਗ ਦੇ 2 ਬੰਦੇ ਵੀ ਨਹੀਂ ਜਿੱਤੇ, 2 ਬੰਦੇ ਜਿੱਤੇ ਸੀ ਟੋਟਲ ਵੱਡੇ ਪੰਜਾਬ 'ਚ। ਉਦੋਂ ਪੰਜਾਬ ਸਾਰਾ ਪਾਕਿਸਤਾਨ ਦਾ ਨਾਲ 2/3 ਸੀ, ਹਰਿਆਣਾ, ਹਿਮਾਚਲ, ਟੋਟਲ ਚੀਜ਼ਾਂ ਵਿੱਚੇ ਸੀਗੀਆਂ। ਤੇ ਮੁਸਲਿਮ ਲੀਗ ਕਿਤੇ ਨਹੀਂ ਸੀ, ਇੱਥੇ ਸਾਰੇ ਯੂਨੀਅਨਿਸਟ ਪਾਰਟੀ ਦੇ ਬੰਦੇ ਜਿੱਤੇ ਐਡੇ ਵੱਡੇ ਪੱਧਰ ਤੇ, ਜਿਹੜੀ ਕਿ ਡਿਵੀਜ਼ਨ ਦੇ ਖਿਲਾਫ ਸੀ, ਵੰਡ ਦੇ ਖਿਲਾਫ ਸੀ ਪਾਰਟੀ। ਪਰ ਇਹ 1946 ਦੀ ਇਲੈਕਸ਼ਨ ਹੈ। ਇੱਕੋ ਸਾਲ 'ਚ ਕੀ ਹੋ ਜਾਂਦਾ ਹੈ ਕਿ ਉਹ ਦੁਸ਼ਮਣ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ। 10 ਲੱਖ ਬੰਦਾ ਮਰ ਜਾਂਦਾ, 8 ਲੱਖ ਉਹ 'ਚ ਪੰਜਾਬੀ ਹੁੰਦਾ ਹੈ। ਕਿਉਂਕਿ ਉਹ ਸਿਆਸਤ ਹੁੰਦੀ ਹੈ ਜਿਹੜੀ ਬੰਦੇ ਨੂੰ, ਚਾਹੇ ਧਰਮ, ਚਾਹੇ ਜਾਤ, ਜਾਂ ਕਿਸੇ ਵੀ ਨਸਲ ਜਾਂ ਕਿਸੇ ਹੋਰ ਆਧਾਰ 'ਤੇ ਉਹਦੇ ਦਿਮਾਗ 'ਚ ਜ਼ਹਿਰ ਪੰਪ ਕਰਦੀ ਹੈ ਲਗਾਤਾਰ। ਜਾਂ ਉਹਨੂੰ ਸੁਪੀਰੀਅਰ ਕਹਿੰਦੀ ਹੈ, ਜਾਂ ਦੂਜੇ ਨੂੰ ਦੁਸ਼ਮਣ ਕਰਦਾਨ ਦਿੰਦੀ ਹੈ, ਜਾਂ ਤੀਜੇ ਨੂੰ, ਮਤਲਬ ਇਨਸਾਨੀਅਤ ਦੀ ਸਿਆਸਤ ਨਹੀਂ ਰਹਿੰਦੀ। ਇਸੇ ਤਰ੍ਹਾਂ ਯੂਪੀ ਦੇ ਵਿੱਚ ਹੋਇਆ, ਇਸੇ ਤਰ੍ਹਾਂ ਮਤਲਬ ਦਿੱਲੀ ਦੇ ਵਿੱਚ ਹੋਇਆ ਸੀ 84 ਦੇ ਵਿੱਚ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਹੋਇਆ ਸੀ 2002 ਦੇ ਵਿੱਚ, ਤੇ ਇਸੇ ਤਰ੍ਹਾਂ ਆਹ ਜਿਹੜਾ ਮੁਜ਼ੱਫਰਨਗਰ ਦਾ ਦਿੱਲੀ ਹੈਗਾ ਸੀ ਪਿਛਲਾ, ਉਹਦੇ 'ਚ ਹੋਇਆ ਸੀ ਜਦੋਂ। ਇਸੇ ਲਈ ਉਹ ਲੋਕ ਇੱਕ ਦੂਜੇ ਨੂੰ ਮਾਰਦੇ ਨੇ। ਪਰ ਕਿਸਾਨ ਅੰਦੋਲਨ ਨੇ ਉਹ ਜਿਹੜੀ ਇੱਕ ਸਿਆਸਤ ਹੈ, ਇਹ ਬਿਆਨ ਜਿਹੜੇ ਨੇ, ਇਹ ਇਹੋ ਜਿਹੇ ਬਿਆਨ ਨੇ ਜਿਹੜੇ ਕਦੇ ਇਹਨੂੰ ਸਿੱਖਾਂ ਦਾ ਅੰਦੋਲਨ, ਕਦੇ ਪੰਜਾਬੀਆਂ ਦਾ ਅੰਦੋਲਨ, ਕਦੇ ਕਿਸੇ ਇੱਕ ਧਿਰ ਦਾ ਅੰਦੋਲਨ ਗਰਦਾਨਦੇ ਨੇ। ਉਹ ਇਹ ਸੱਚਾਈ ਮੰਨਣ ਲਈ ਤਿਆਰ ਨਹੀਂ। ਇਹ ਪੂਰੀ ਕਿਸਾਨੀ ਦਾ ਅੰਦੋਲਨ ਹੈ। ਕਿਸਾਨੀ ਕੋਈ ਕਿਸੇ ਧਰਮ ਜਾਂ ਜਾਤ ਦੇ ਨਾਲ ਨਹੀਂ ਹੈ, ਕਿਸਾਨੀ ਇੱਕ ਕਿੱਤੇ ਦੇ ਤੌਰ 'ਤੇ ਜੁੜੀ ਹੋਈ ਹੈ। ਅਤੇ ਜਦੋਂ ਤੁਸੀਂ ਇਹਨੂੰ ਉਲੰਘਦੇ ਹੋ ਤਾਂ ਇਸ ਲੈਵਲ ਦੀ ਬਿਆਨਬਾਜ਼ੀ ਹੁੰਦੀ ਹੈ। ਤੁਸੀਂ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਟਰਾਈ ਕਰਦੇ ਹੋ। ਸਮਾਜ ਦੇ ਵਿੱਚ ਜਦੋਂ ਫੁੱਟ ਪੈਂਦੀ ਹੈ ਤਾਂ ਹਿੰਸਾ ਭੜਕਦੀ ਸੁਭਾਵਿਕ ਹੈ। ਹਿੰਸਾ ਭੜਕਦੀ ਹੈ ਤਾਂ ਕਿੱਡਾ ਵੱਡਾ ਲਾਸ ਹੋ ਸਕਦਾ ਹੈ ਇਨਸਾਨੀਅਤ ਦਾ, ਇਹ ਸਭ ਨੂੰ ਪਤਾ ਵੀ ਹੈ ਹਿਸਟਰੀ ਦੇ ਵਿੱਚ। ਜਾਂ ਪਤਾ ਹੋ ਕੇ ਵੀ ਜਾਂ ਤਾਂ ਤੁਸੀਂ ਸਮਝਣਾ ਨਹੀਂ ਚਾਹੁੰਦੇ, ਜੇ ਸਮਝ ਕੇ ਕਰਦੇ ਹੋ ਤਾਂ ਉਦੋਂ ਵੀ ਬੜਾ ਕ੍ਰਾਈਮ ਹੈ। ਮੇਰਾ ਖਿਆਲ ਹੈ ਉਸ ਲੈਵਲ ਦੇ ਉੱਤੇ ਸਾਰਾ ਕੁਝ ਦੇਖਣ ਦੀ ਲੋੜ ਹੈ। ਔਰ ਅੱਜ ਵੀ ਹੁਣ ਜਿਹੜਾ ਮੈਨੂੰ ਲੱਗਦਾ ਕਿ ਯੂਪੀ ਦੀ ਸਰਕਾਰ ਨੇ ਦਬਾਅ ਹੇਠ ਜਲਦੀ ਨਿਬੇੜ ਲਿਆ, ਨਹੀਂ ਤਾਂ ਇੰਨੇ ਦਿਨ ਬੋਲਦੇ ਹੀ ਨਹੀਂ ਹੁੰਦੇ ਕਈ ਵਾਰ ਵੀ ਉਹ ਵੱਧਦਾ ਜਾਂਦਾ ਤਬ ਤੱਕ ਪਤਾ ਨਹੀਂ ਕੀ ਹੋ ਜਾਂਦਾ। ਨਹੀਂ ਤਾਂ ਤੁਸੀਂ ਦੇਖੋ ਕਿ ਇੱਦੋਂ ਜੇ ਲਗਾਤਾਰ ਵੱਧਦਾ ਜਾਂਦਾ, ਕਿਤੇ ਹੋਰ ਦੰਗੇ ਹੋ ਜਾਣ। ਉਹਨਾਂ ਨੇ ਇੰਟਰਨੈਟ ਵੀ ਬੰਦ ਕਰਤਾ, ਬਾਕੀ ਵੀ। ਔਰ ਡਰ ਇੰਨੀ ਗਈ ਸਰਕਾਰ ਕਿ ਤੁਸੀਂ ਦੇਖੋ ਪੰਜਾਬ ਲਈ ਤਾਂ ਚਿੱਠੀ ਕੱਢਤੀ ਕਿ ਪੰਜਾਬੀ ਤਾਂ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦੇਣਾ। ਲੀਡਰ ਤਾਂ ਛੱਡੋ, ਪੰਜਾਬ 'ਚੋਂ ਲੀਡਰ ਕਈ ਗਏ ਜਾਂ ਹੋਰ ਬਾਕੀ, ਕਿਉਂਕਿ ਮੁੱਦਾ ਐਡਾ ਵੱਡਾ ਹੈ ਕਿਸਾਨੀ ਦਾ। ਹਰ ਸਿਆਸੀ ਪਾਰਟੀ ਹੁਣ ਕਿਸਾਨ ਦੇ ਨਾਲ ਖੜੀ ਦਿਖਾਈ ਦੇਣਾ ਚਾਹੁੰਦੀ ਹੈ ਜੀ। ਅਤੇ ਬੀਜੇਪੀ ਦੇ ਦਿਮਾਗ 'ਚ ਪਤਾ ਨਹੀਂ ਕੀ ਖਰਾਬੀ ਆਈ ਹੈ, ਉਹ ਕਿਸਾਨ ਦੇ ਖਿਲਾਫ ਖੜੀ ਦਿਖਾਈ ਦੇਣਾ ਚਾਹੁੰਦੀ ਹੈ। ਇਹ ਸਮਝ ਨਹੀਂ ਆ ਰਹੀ। ਮਤਲਬ ਜੇ ਤੁਸੀਂ ਸਿਆਸਤ ਵੀ ਕਰਨੀ ਹੈ, ਜੇ ਤੁਸੀਂ ਜਿੱਤਣਾ ਵੀ ਹੈ, ਤਾਂ ਵੀ ਤੁਹਾਨੂੰ ਪੂਰੇ ਭਾਈਚਾਰੇ ਦੇ ਖਿਲਾਫ ਨਹੀਂ ਨਾ ਤੁਸੀਂ ਖੜ੍ਹ ਸਕਦੇ, ਜਿਹੜੀਆਂ ਚੀਜ਼ਾਂ ਨੇ। ਪਰ ਉਹ ਬਿਆਨਬਾਜ਼ੀ ਜਿੰਨਾ ਚਿਰ, ਜਦੋਂ ਬੀਜੇਪੀ ਰੋਕ ਲਊਗੀ ਜਾਂ ਅੰਦਰ ਬੈਠ ਕੇ ਸੋਚੇਗੀ, ਉਹਦੇ 'ਤੇ ਪੁਨਰ ਵਿਚਾਰ ਹੋਏਗਾ, ਮੁੜ ਵਿਚਾਰ, ਤਾਂ ਸ਼ਾਇਦ ਰਸਤਾ ਕੋਈ ਨਿਕਲਿਆ ਹੈ ਅਤੇ ਸਿੱਧੇ ਰਸਤੇ ਪੈ ਜੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।